ये हमारे साथ मौजूद है जी वो औरत जिसकी वजह से एक शख्स जो है वो तो चला गया इस दुनिया से, और अब एक जो शख्स है वो सारे मामले को भुगतेगा। बीबी नाम क्या आपका? हिफ्जा उर्दू में बात करें या पंजाबी में बात करें? पंजाबी पंजाबी। की मामला जी क्यों होया जी? आपको नाज़रीन ये बता दें कि इनके जो शोहर है उसने एक शख्स के जिस्म के हिस्से को ही अलहदा कर दिया, नाजुक हिस्से को अलहदा करके उसको पार कर दिया, उसका काम तमाम कर दिया। क्या मामला जी? कब से जानती हैं आप इस रशीद नामी शख्स को जो अब है ही नहीं इस दुनिया में? 2 महीने कदों से जानते हो? 2 महीने 2 महीने। तो की मामला से कितने मुलाकात हुई, की मसला से? कपड़े वाली दुकान से मुलाकात हुई। पूरी गल दसो। कपड़े शॉपिंग करने गई सी, अच्छा कपड़े वाली दुकान ते किसा नंबर लिया सी। अच्छा 20-25 दिन मेरी फोन ਤੇ ਹੀ ਰਾਬਤਾ ਹੋਇਆ ਉਹਦੇ ਨਾਲ अच्छा ਤੇ ਮੈਂ ਉਹ ਆਪਣੇ ਸ਼ੋਰ ਨਾਲ ਨਾਰਾਜ਼ ਸੀ, ਲੜਾਈ ਝਗੜਾ ਹੋਇਆ ਸੀ, ਰਹਿੰਦੇ ਘਰ ਵਿੱਚ ਸੀ ਲੇਕਿਨ ਬੁਲਾਉਂਦੇ ਨਹੀਂ ਸੀ ਇੱਕ ਦੂਸਰੇ अपने शोर ਨਾਲ ਤੁਹਾਡੇ ਨਾਰਾਜ਼ਗੀ ਚੱਲਦੀ ਪਈ ਸੀ? ਨੂੰ। ਜੀ ਕਿਉਂ? ਉਹਨਾਂ ਨੇ ਮੈਨੂੰ ਮਾਰਿਆ ਸੀ ਤੇ ਇਸ ਵਾਰ ਕਿਸ ਗੱਲ ਤੋਂ? ਮੈਂ ਆਪਣੇ ਘਰ ਗੱਲ ਕਰਦੀ ਸੀਗੀ ਤੇ ਉਹਨਾਂ ਨੂੰ ਅੱਛਾ ਨਹੀਂ ਸੀ ਲੱਗਦਾ। ਕਿਹਦੇ ਨਾਲ ਗੱਲ ਕਰਦੇ ਸਰ? ਆਪਣੀ ਵਾਲਦਾ ਅੱਛਾ। ਵਾਲਦਾ ਸਿਸਟਰ ਨਾਲ ਫਿਰ? ਹੂੰ ਤੇ ਬਾਅਦ ਵਿੱਚ ਉਹਨੇ ਮੈਨੂੰ ਕਿਹਾ ਕਿ ਤੂੰ ਇਹਦੇ ਕੋਲ ਤਲਾਕ ਲੈ ਕੇ ਮੈਂ ਸ਼ਾਦੀ ਕਰਦਾ। ਮੈਂ ਕਿਹਾ ਠੀਕ ਹੈ, ਮੈਂ ਤਲਾਕ ਦਾਂ। ਤੁਹਾਡੀ ਮੁਲਾਕਾਤ ਕਿੱਥੇ ਹੋਈ ਹੈ ਸ਼ਖਸ ਨਾਲ? ਹਾਂਜੀ ਜੀ, ਫੋਨ ਤੇ ਹੀ ਇਹ ਰੱਬ ਦਾ ਪਹਿਲੇ ਕਿੱਥੇ ਮਿਲੇ? ਪਹਿਲੇ ਕੱਪੜੇ ਵਾਲੀ ਦੁਕਾਨ ਕੱਪੜੇ ਵਾਲੀ ਦੁਕਾਨ ਤੇ? ਜੀ। ਫਿਰ ਕੀ ਹੋਇਆ? 20-25 ਦਿਨ ਸਾਡੀ ਫੋਨ ਤੇ ਗੱਲ ਹੋਈ ਹੈ। ਤੁਸੀਂ ਨੰਬਰ ਲੈ ਲਿਆ? ਹਾਂਜੀ ਉਸ ਬੰਦੇ ਨੂੰ ਜਾਣਦੇ ਨਹੀਂ ਸੀ ਤੁਸੀਂ? ਜੀ ਬਿਲਕੁਲ ਜਾਣਦੇ ਅੱਛਾ, ਨਹੀਂ ਫਿਰ? ਸੀ ਲੇਕਿਨ ਫਿਰ 20-25 ਦਿਨ ਫੋਨ ਤੇ ਰਾਬਤਾ ਹੋਇਆ ਸਾਡਾ। ਅੱਛਾ ਉਸ ਤੋਂ ਬਾਅਦ ਉਹਨੇ ਕਿਹਾ ਕਿ ਮੇਰੇ ਵਾਲਦਾ ਤੇ ਵਾਲਿਦ ਸਾਹਿਬ ਘਰ ਹੈ ਮੌਜੂਦ, ਮੇਰੀ ਸਿਸਟਰ ਵੀ ਹੈ ਤੇ ਭਾਈ ਵੀ ਅੱਜ ਘਰ, ਹੂੰ। ਤੇ ਆ ਕੇ ਨਾਲੇ ਘਰ ਵੇਖ ਲਾ ਤੇ ਨਾਲੇ ਭੈਣਾਂ ਭਾਈਆਂ ਨੂੰ ਮਿਲ ਲਾ। ਨਹੀਂ ਤੁਸੀਂ ਬਗੈਰ ਤਲਾਕ ਲਿਓ ਆਪਣੇ ਸ਼ੋਰ ਕੋਲੋਂ ਲਹਿਦਾ ਹੋਏ ਹੋ, ਬਗੈਰ ਇੱਕ ਸ਼ਖਸ ਨੂੰ ਕੱਪੜੇ ਵਾਲੀ ਦੁਕਾਨ ਤੇ ਮਿਲਦੇ ਹੋ, ਫਿਰ ਤੁਹਾਡੀ ਦੋਸਤੀ ਹੋ ਜਾਂਦੀ ਹੈ, ਫਿਰ ਤੁਸੀਂ ਆਪਣਾ ਨੰਬਰ ਵੀ ਉਹਨੂੰ ਦੇ ਦਿੰਦੇ ਹੋ, ਲੇਕਿਨ ਮੇਰਾ ਫਿਰ ਤੁਸੀਂ ਉਹਨੂੰ ਜਾ ਦੂਸਰਾ ਕੇ ਤਾਲੁਕਾਤ ਰੱਖਣ ਦਾ ਬਿਲਕੁਲ ਇਰਾਦਾ ਨਹੀਂ। ਤੁਸੀਂ ਵੇਖੋ ਜਿੱਥੇ ਤੱਕ ਤੁਸੀਂ ਗੈਰ ਮਹਿਰਮ ਨੂੰ ਜਿਹਨੂੰ ਬੰਦੇ ਨੂੰ ਜਾਣਦੇ ਨਹੀਂ, ਤੁਸੀਂ ਉਹਦੇ ਨਾਲ ਦੋਸਤੀ ਕਰ ਲਈ ਖਲੋਤੇ, ਫਿਰ ਨੰਬਰ ਵੀ ਦੇ ਦਿੱਤਾ ਖਲੋਤੇ, ਫਿਰ ਤੁਸੀਂ ਸਾਨੂੰ ਪਤਾ ਲੱਗਾ ਕਿ ਤੁਸੀਂ ਉਹਨੂੰ ਬਕਾਇਦਾ ਮਿਲਣ ਜਾਂਦੇ ਸੋ, ਸਾਰੇ ਮਾਮਲਾਤ ਤੁਹਾਡੇ ਚੱਲਦੇ ਸਨ। ਉਸ ਤੋਂ ਬਾਅਦ ਫਿਰ ਕੀ ਹੋਇਆ? ਤੁਹਾਡਾ ਖਾਮਦ ਵੀ ਜਾਂਦਾ ਸੀ ਤੁਹਾਡੇ ਨਾਲ? ਉਹ ਤੁਹਾਨੂੰ ਪਤਾ ਲੱਗਿਆ ਐਸਐਚਓ ਸਾਹਿਬ ਦੱਸਿਆ ਕਿ ਤੁਹਾਡਾ ਖਾਮਦ ਜਾ ਕੇ ਰਹਿੰਦਾ ਰਿਹਾ ਉਹਦੇ ਡੇਰੇ ਤੇ? ਜੀ ਇੱਕ ਦਫਾ ਗਈ ਸੀ। ਆਹ ਤੇ ਕਿਉਂ ਗਿਆ ਸੀ ਉਹ? ਪੈਸੇ ਲੈਂਦਾ ਸੀ ਤੁਹਾਡਾ ਖਾਮਦ ਉਹਦੇ ਕੋਲੋਂ? ਸਰ ਮੈਨੂੰ ਨਹੀਂ ਪਤਾ। ਉਹਨੂੰ ਸਰ ਤੁਹਾਡੇ ਨਾਲ ਕਿਸੇ ਦੇ ਡੇਰੇ ਤੇ ਰਹਿਣਾ ਇਹ ਸਮਝ ਨਹੀਂ ਆਏਗਾ? ਨਹੀਂ, ਇਹ ਸਿਰਫ ਉਹਨਾਂ ਕੋਲ ਇਹ ਪੁੱਛਣ ਗਏ ਸੀ ਕਿ ਇਹ ਤੇਰੇ ਕੋਲ ਆਂਦੀ ਹੈ, ਉਹ ਵੀ ਪਤਾ ਨਹੀਂ ਪਤਾ ਕਰ ਰਹੀ ਸੀ ਜਾਂ ਕੀ ਪਤਾ ਕਰ ਰਹੀ। ਇਹਨਾਂ ਨੇ ਮੈਨੂੰ ਕਿਹਾ ਕਿ ਤੂੰ ਜਾਣੀ ਹੈ ਤਾਂ ਮੈਨੂੰ ਲੈ ਕੇ ਚੱਲ। ਨਹੀਂ ਤੁਸੀਂ ਪਹਿਲਾਂ ਤਾਂ ਇਹ ਦੱਸੋ ਨਾ ਕਿ ਤੁਸੀਂ ਇਹ ਮਾਮਲਾ ਚੱਲਿਆ ਕਿੱਥੋਂ, ਕਿਸ ਗੱਲ ਤੋਂ ਸ਼ੁਰੂ ਹੋਇਆ? ਇਹ ਤੁਸੀਂ ਜਦੋਂ ਰਸ਼ੀਦ ਦੇ ਮਿਲਣ ਘਰ ਗਏ ਉਹਦੇ ਘਰ? ਹਾਂ ਰਸ਼ੀਦ ਹਾਂਜੀ, ਦੇ ਉਹਦੇ ਕੋਲ 2-3 ਲੜਕੀਆਂ ਮੌਜੂਦ ਸੀ ਘਰ। ਅੱਛਾ ਤੇ ਮੈਂ ਪੁੱਛਿਆ ਤੁਹਾਡੀ ਇੱਥੇ ਸਿਸਟਰ ਆ? ਇੱਥੇ ਰੁਕੋ। ਅੱਛਾ ਮੈਂ ਪੁੱਛਿਆ ਤੁਹਾਡੀ ਸਿਸਟਰ ਆ? ਅੱਛਾ ਤੇ ਕਹਿੰਦਾ ਮੈਂ ਦੱਸਦਾ ਤੁਹਾਨੂੰ। ਹਾਂ ਤੇ ਮੈਂ ਕਿਹਾ ਤੁਹਾਡੀ ਵਾਲਦਾ ਤੇ ਵਾਲਦ ਕਿੱਥੇ? ਕਹਿੰਦਾ ਬਾਹਰ ਗਏ ਆਂਦੇ ਆ। ਅੱਛਾ ਉਹਨਾਂ ਨੇ ਚਾਹ ਬਣਾਈ ਹੈ ਤੇ ਚਾਹ ਪੀਤੀ, ਉਹਨਾਂ ਨੇ ਵੀ ਪੀਤੀ ਨਾਲ। ਹਾਂ ਤੇ ਮੈਂ ਚਾਹ ਪੀਤੀ ਤੇ ਮੈਨੂੰ ਨਾ ਚੱਕਰ ਆਉਣ ਲੱਗ ਗਏ ਤੇ ਅੱਖਾਂ ਤੋਂ ਨਜ਼ਰ ਆਉਣਾ ਬੰਦ ਹੋ ਗਿਆ। ਹਾਂ ਮੈਂ ਉਹਨਾਂ ਨੇ ਕਿਹਾ ਮੇਰੀ ਤਬੀਅਤ ਖਰਾਬ ਹੋ ਰਹੀ ਆ। ਕਹਿੰਦੇ ਕੋਈ ਗੱਲ ਨਹੀਂ, ਠੀਕ ਆ ਤੇਰੀ ਤਬੀਅਤ। ਹੂੰ ਬਾਅਦ ਵਿੱਚ ਮੈਂ ਬੇਹੋਸ਼ ਹੋ ਗਈ, ਉਹਨਾਂ ਨੇ ਤਸਵੀਰਾਂ ਵਗੈਰਾ ਬਹੁਤ ਗੰਦੀਆਂ ਬਣਾਈਆਂ ਮੇਰੀਆਂ। ਹੂੰ ਤੇ ਮੈਂ ਘਰ ਆ ਗਈ। ਘਰ ਆ ਕੇ ਉਹਨਾਂ ਨੇ ਪੁੱਛਿਆ ਹਾਂਜੀ ਹੁਣ ਤੁਸੀਂ ਸ਼ਾਦੀ ਕਦੋਂ ਕਰ ਰਹੇ ਮੇਰੇ ਨਾਲ ਤੇ ਕਦੋਂ ਤਲਾਕ ਲੈ ਰਹੇ ਆ? ਮੈਂ ਕਿਹਾ ਮੈਂ ਜਿਸ ਤਰ੍ਹਾਂ ਤੇਰੇ ਘਰ ਦਾ ਮਾਹੌਲ ਦੇਖ ਕੇ ਆਈ ਹਾਂ ਨਾ, ਮੈਂ ਤੁਹਾਡੇ ਨਾਲ ਸ਼ਾਦੀ ਨਹੀਂ ਕਰਨੀ। ਕਹਿੰਦਾ ਤੈਨੂੰ ਪਤਾ ਤੂੰ ਜਦੋਂ ਬੇਹੋਸ਼ ਹੋਈ ਆ ਮੈਂ ਤੇਰੀਆਂ ਤਸਵੀਰਾਂ ਬਹੁਤ ਗੰਦੀਆਂ ਬਣਾਈਆਂ, ਅਗਰ ਤੂੰ ਮੇਰੇ ਨਾਲ ਹੁਣ ਸ਼ਾਦੀ ਨਾ ਕਰੇਂਗੀ ਜਾਂ ਮੇਰੇ ਕੋਲ ਨਾ ਆਏਂਗੀ, ਇਹੀ ਤੇਰੀਆਂ ਤਸਵੀਰਾਂ ਤੇਰੇ ਘਰ ਵੀ ਪਹੁੰਚਣਗੀਆਂ ਤੇ ਨੈਟ 'ਤੇ ਵੀ ਚੱਲਣਗੀਆਂ। ਹਾਂ ਔਰ ਇਸ ਤਰ੍ਹਾਂ ਬਲੈਕਮੇਲ ਕਰਦਾ ਉਹ ਜਦੋਂ ਹੀ ਮੈਨੂੰ ਬੁਲਾਉਂਦਾ ਮੈਨੂੰ ਜਾਣਾ ਪੈਂਦਾ। ਕਿੰਨੀ ਵਾਰੀ ਗਏ ਤੁਸੀਂ? ਮੈਂ 8 ਦਿਨ ਤੋਂ ਹੁਣ ਉਹਦੇ ਕੋਲ ਹੀ ਸੀ, ਉਹ ਨਹੀਂ ਸੀ ਜਾਂਦੀ। ਉਹਦੇ ਕੋਲ ਜਾ ਰਹੇ ਸੀ? ਹਾਂਜੀ ਨਹੀਂ ਸੀ ਘਰ ਆਉਂਦੇ। ਅੱਛਾ ਰਹਿੰਦੇ ਉਹਦੇ ਕੋਲ ਪੈਸੋ? ਹਾਂਜੀ ਸ਼ਾਦੀ ਕਰਨਾ ਚਾਹੁੰਦਾ ਸੀ ਤੁਹਾਡੇ ਨਾਲ? ਹਾਂਜੀ ਕਹਿੰਦਾ ਸੀ। ਤੁਸੀਂ ਤਲਾਕ ਲੈਣਾ ਚਾਹੁੰਦੇ ਸੀ ਆਪਣੇ ਸ਼ੋਹਰ ਕੋਲੋਂ? ਹਾਂਜੀ ਆਪਣੇ ਸ਼ੋਹਰ ਨੂੰ ਛੱਡਣ ਤੇ ਸਾਡੀ ਉਹਦੇ ਨਾਲ ਗੱਲ ਹੋਈ, ਉਹ ਕਹਿੰਦਾ ਜੀ ਕਿ ਮੇਰਾ ਤਾਂ ਕੋਈ ਕਸੂਰ ਹੀ ਕੋਈ ਨਹੀਂ। ਸਰ ਮੈਂ ਕਹਿੰਦਾ ਮੈਂ ਕਦੀ ਮਾਰਿਆ ਨਹੀਂ ਆਪਣੀ ਬੀਵੀ ਨੂੰ। ਨਹੀਂ ਸਰ, ਸਾਡੀ ਅਕਸਰ ਹੀ ਲੜਾਈ ਝਗੜੇ ਕੁੱਟ ਮਾਰ ਹੁੰਦੀ ਰਹਿੰਦੀ ਸੀ। ਉਹ ਕਹਿੰਦਾ ਸਾਡੀ ਲਵ ਮੈਰਿਜ ਸੀ। ਬਿਲਕੁਲ ਸੀ, ਲੇਕਿਨ ਤਕਰੀਬਨ ਸ਼ਾਦੀ ਤੋਂ 4-5 ਮਹੀਨੇ ਬਾਅਦ ਸਾਡੀ ਲੜਾਈ ਬਹੁਤ ਜ਼ਿਆਦਾ ਹੋਣ ਲੱਗ ਗਈ ਸੀ ਘਰ ਦੇ ਵਿੱਚ। ਵਜ੍ਹਾ ਕੀ ਸੀ ਲੜਾਈ ਦੀ? ਵਜ੍ਹਾ ਕਿ ਕੰਮ ਤੇ ਜ਼ਰਾ ਘੱਟ ਜਾਂਦੇ ਹੁੰਦੇ ਸੀਗੇ, ਹੈ ਕੰਮ ਤੇ ਜ਼ਰਾ ਘੱਟ ਜਾਂਦੇ ਹੁੰਦੇ ਸੀਗੇ ਤੇ ਆਪਣੇ ਘਰ ਵਾਲਿਆਂ ਨਾਲ ਝਗੜਾ ਹੋ ਗਿਆ। ਦੁਕਾਨ ਸੀ ਇਹਨਾਂ ਦੀ ਮੋਟਰਸਾਈਕਲਾਂ ਦੀ, ਉਹ ਇਹਨਾਂ ਨੇ ਚੱਕ ਦਿੱਤੀ, ਆ ਕੇ ਕਿਰਾਏ ਤੇ ਰਹਿ ਕੇ ਇੱਥੇ ਰਹਿਣ ਲੱਗ ਗਏ। ਇਹ ਤੁਸੀਂ ਦੱਸੋ ਨਾ ਕਿ ਹੁਣ ਤੁਸੀਂ ਜਿਹੜਾ ਬੰਦਾ ਤੇ ਇਸ ਦੁਨੀਆ 'ਚ ਨਹੀਂ ਰਿਹਾ ਹਾਂਜੀ ਉਹਦੇ ਤੇ ਸਾਰਾ ਇਲਜ਼ਾਮ ਲਾਤਾ ਹੈ। ਤੁਸੀਂ ਪਹਿਲਾਂ ਆਪ ਖੁਦ ਉਹਦੇ ਨਾਲ ਦੋਸਤੀ ਕੀਤੀ? ਜੀ ਨਹੀਂ, ਪਹਿਲੀ ਗਲਤੀ ਮੇਰੀ ਹੈ ਕਿ ਮੈਂ ਉਹਨਾਂ ਕੋਲ ਨੰਬਰ ਲਿਆ ਸੀ। ਨੰਬਰ ਲੈ ਲਿਆ ਨਾ ਤੁਸੀਂ, ਗਲਤ ਆਪ ਪਹਿਲਾਂ ਉਹਨੂੰ ਮੌਕਾ ਦਿੱਤਾ ਗਲਤ।
नाज़रीन, यहाँ पर एक बड़ा मामला आता है जी कि फिर वो औरत, ऐसी औरतें मजलूमियत का लिबादा ओढ़ लेती हैं, अपने आप को मस्कीन ज़ाहिर करती हैं, हालांकि इस औरत की वजह से एक नहीं दो दो लोगों की ज़िंदगियाँ जो हैं वो बर्बाद हो गई हैं। एक शख्स वो जो इस दुनिया में नहीं रहा इसी औरत की वजह से, और एक शख्स वो जो इसी की वजह से उसने उसको उसका काम तमाम कर दिया, यानी कि इसने अपने शोहर से भी छुटकारा पा लिया, उस शख्स से भी छुटकारा पा लिया, और अब ये फिर आज़ाद है, जो मर्ज़ी करती फिरे। तो मेरा मकसद होता है ऐसी वीडियोस बनाने का, खुदारा अकल करें, ऐसी औरतों की बातों में आकर अपनी ज़िंदगी बर्बाद मत करें। जो अपने शोहर की नहीं वो किसी और की क्या हो सकती है। ये तो तुसी हुण कह रहे हो ना, मरना वाला जरा जान वाला तो चला गया ना इस दुनिया तो, ठीक है, मैं तुसी हुण जो मर्जी कहो, कतल दी वजह तो तुसी बने ना, जी बिल्कुल, कतल की वजह मैं ही बन। फिर तुसी तुहाड़ा की किरदार है सारे कतल चो, ए सारे मामलात विच? जी पहली गलती की शुरुआत मैं की सी, हाँ, ना नंबर लेंदी ना कतल होंदा। अच्छा, फिर और कतल करने विच या कराने विच उदों मैं मौजूद नहीं सी, मैं अपनी वालदा उन्हां कोल गई सी। मन तो उस दिन पता चला जिस दिन पुलिस मैंने पकड़ के ਤੁਹਾਡਾ ਖਾਮਦ ਹੈ ਕਹਿੰਦਾ ਜੀ ਕਿ ਜਦੋਂ ਮੈਨੂੰ ਪਦਮ ਪਹਿਲਾਂ ਦੱਸ ਦਿੰਦੀ ਮੈਨੂੰ ਪਹਿਲਾਂ ਲੈਦਾ ਹੋ ਜਾਂਦਾ, ਲੇਕਿਨ ਇਹਨੇ ਮੈਨੂੰ ਦੱਸਿਆ, ਜਿਸ ਦਿਨ ਦੱਸਿਆ ਮੈਂ ਉਸੇ ਦਿਨ ਹੀ ਫਿਰ ਉਹਨੂੰ ਭਿਜਵਾਤਾ। नहीं जी 3-4 दिन पहला पता चला सी, 3-4 दिन पहला पता चला सी। ਤੇ ਕੋਈ ਜਾ ਕੇ ਉੱਥੇ ਉਹ ਕੋਈ ਹੋਰ ਚੀਜ਼ ਵੀ ਇਸਤੇਮਾਲ ਕਰਦੇ ਸੀ ਤੁਸੀਂ ਉਹਦੇ ਡੇਰੇ ਤੇ ਜਾ ਕੇ? हाँ जी जी वो नशा कराना। ਕਰਦੇ ਸੋ? हाँ जी वो आप भी तो आया पींदा सी। ਤੁਹਾਡਾ ਜਿਹੜਾ ਸ਼ੋਹਰ ਹੈ ਉਹ ਵੀ ਇਹੀ ਕੰਮ ਕਰਦਾ ਹੈ? नहीं जी वो सिगरेट वगैरह पींदा, चरस ਹੈ? चरस पींदा और तो कोई चीज़। ਇਹ ਵੀ ਤਾਂ ਨਸ਼ਾ ਹੀ ਹੁੰਦਾ ਹੈ। हाँ जी चरस पींदा। ਅੱਛਾ, ਤੇ ਫਿਰ ਉਸ ਤੋਂ ਬਾਅਦ ਤੁਹਾਡੇ ਜਿਹੜੇ ਮਾਮਲਾਤ ਨੇ ਇਹ ਸਾਰੇ ਇਸ਼ੂ ਇਸ਼ੇ ਤੁਸੀਂ ਫਿਰ ਪਹਿਲਾਂ ਤੁਹਾਨੂੰ ਚਾਹੀਦਾ ਸੀ ਕਿ ਅਗਰ ਤੁਸੀਂ ਨਹੀਂ ਰਹਿਣਾ ਚਾਹੁੰਦੇ ਤੇ ਫਿਰ ਤੁਸੀਂ ਪਹਿਲਾਂ ਅਲੱਗਾ ਹੁੰਦੇ, ਫਿਰ ਤੁਸੀਂ ਜਾ ਕੇ ਜਾਇਜ਼ ਕੰਮ ਕਰਦੇ, ਨਿਕਾਹ ਕਰਕੇ ਫਿਰ ਸਾਰੀ ਆਪਣੀ ਜ਼ਿੰਦਗੀ ਗੁਜ਼ਾਰਦੇ। ਤੁਸੀਂ ਪਹਿਲਾਂ ਹੀ ਦੋਸਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੁਹਾਡੀ ਵਜ੍ਹਾ ਨਾਲ ਪਤਾ ਹੈ ਕਿ ਇੱਕ ਸ਼ਖਸ ਜਿਹੜਾ ਵੇ ਉਹ ਅੰਦਰ ਚਲਾ ਗਿਆ ਹੈ, ਇੱਕ ਸ਼ਖਸ ਜਿਹੜਾ ਦੁਨੀਆ ਤੋਂ ਚਲਾ ਗਿਆ ਹੈ, ਤੁਸੀਂ ਇੱਥੇ ਖਲੋਤੇ ਹੋ ਬੜੇ ਮਜ਼ਲੂਮ ਬਣ ਕੇ। मेरे साथ में जी? मैं अपनी गलती दस। ਇਹਨੇ ਕੀਤਾ ਕੀ ਜਾ ਕੇ ਫਿਰ ਉਹਦੇ ਨਾਲ? सर मैंने इन्हें तो नहीं दसिया, लेकिन पुलिस वाले ने दसिया कि की मेरा दस्या? दबाया हुआ ते छुरियां मारियां नाल दे किसे। ਗਲਾ ਦਬਾਇਆ? जी बाद में छुरियां मारियां नाल दे किसे, ਕਿੱਥੇ ਮਾਰਿਆ ਛੁਰੀਆਂ? जिसम दे नाल दे किसे ने छुरियां मार के। ਇਹ ਵਜ੍ਹਾ ਇੰਨੇ ਗੁੱਸੇ ਦੀ ਤੁਸੀਂ ਸੋ ਨਾ। जी ये नाज़रीन देख लें, उस शख्स ने जो जो इसका दोस्त था उस शख्स की नाजुक हिस्से को ही अलहदा करके उसके ऊपर रख दिया, इतना गुस्सा था उसको, और अब ये यहाँ पर मौजूद है। तो ਤੁਹਾਨੂੰ ਇਸ ਚੀਜ਼ ਦਾ ਪਛਤਾਵਾ ਨਹੀਂ ਹੈ ਜੀ ਕਿ ਤੁਹਾਡੀ ਵਜ੍ਹਾ ਨਾਲ ਦੋ ਬੰਦੇ ਜਿਹੜੇ ਨੇ ਇਸ ਟਾਈਮ ਮੁਸ਼ਕਿਲ ਵਿੱਚ ਨੇ? बहुत ज़्यादा ਇੱਕ ਤਾਂ ਚਲਾ ਗਿਆ ਨਾ ਦੁਨੀਆ ਤੋਂ, पछतावा, बहुत ज़्यादा ਹੈ, है पछतावा। तो लव मैरिज भी तो था की थी, वो भी नहीं थोड़ी ने भी। बहरहाल जी नाज़रीन, हमारी यही गुजारिश है तमाम लोगों से, तमाम जितने भी हमारे नाज़रीन हैं, खुदारा अपने आप को गलत रास्ते पर मत लेके जाएं, अच्छा सोचें, मस्बत सोचें, अच्छाई के रास्ते पर चलें, ऐसे लोगों की बातों में आकर अपनी ज़िंदगियां बर्बाद मत करें। मेरी ये दुआ है कि अल्लाह ताला हम सब पर रहम करम और फजल करे, सही ज़िंदगी गुजारें, अच्छी ज़िंदगी गुजारें, साफ़ सुथरी ज़िंदगी गुजारें, मस्बत और अच्छे ख्यालात हों, मस्बत और अच्छी ज़िंदगी गुजारें, ताकि इस तरह के मामला से बचा जा सके। अपना ख्याल रखिएगा, मुझे इजाज़त दीजिए, अल्लाह हाफ़िज़।